ਔਖਾ ਹੁੰਦਾ ਹੈ। ਸਿੰਧ ਪਾਰ ਜਿਵ ਕੀਟੀ ਤਰਨੂ, ਸਮੁੰਦਰ ਤੋਂ ਤਰ ਕੇ ਪਾਰ ਹੋਣਾ ਜਿਵੇਂ ਕੀੜੀ ਨੂੰ ਬੜਾ ਔਖਾ ਹੁੰਦਾ ਹੈ। ਮਸਕ ਮੇਰ ਕਿਵ ਸਕ ਹੈ ਉਠਾਈ, ਅਤੇ ਜਿਹੜਾ ਮੱਛਰ ਹੈ ਸੁਮੇਰ ਪਰਬਤ ਨੂੰ ਕਿਵੇਂ ਚੁੱਕ ਸਕਦਾ ਹੈ। ਨਭ ਅੰਤ ਜੰਤ ਲਗ ਪਾਈ, ਕਿਉਂ ਨਭ ਅੰਤ ਜੰਤ ਲਗ ਪਾਈ, ਤੇ ਆਕਾਸ਼ ਦਾ ਅੰਤ ਜੀਵ ਛੋਟਾ ਕਿਵੇਂ ਪਾ ਸਕਦਾ ਹੈ। ਸੱਤਾ ਕੇ ਅਜਾ ਅਲੰਬਾ, ਜਿਸ ਅਕਾਲ ਪੁਰਖ ਦੀ ਚੇਤਨ ਸੱਤਾ ਦੇ ਵਾਹਿਗੁਰੂ ਦੇ ਬਾਲ ਦੇ ਤਾਕਤ ਦੇ ਅਜਾ ਅਲੰਬਾ, ਅਜਾ ਦਾ ਅਰਥ ਹੈ ਬ੍ਰਹਮਾ, ਤੇ ਉਹ ਜਿਸ ਦੇ ਆਸਰੇ ਹੈ ਮਾਇਆ ਜਿਹੜੀ ਹੈ ਜਿਸ ਦੇ ਆਸਰੇ ਹੈ। ਜਦ ਹੈ ਬ੍ਰਹਮੰਡ ਕਦੰਬਾ, ਸਿਰਜਤ ਹੈ ਬ੍ਰਹਮੰਡ ਕਦੰਬਾ, ਤੇ ਇਸ ਲਈ ਸਮੂਹ ਬ੍ਰਹਮੰਡਾਂ ਨੂੰ ਜਿਹੜਾ ਬਣਾਉਣ ਵਾਲਾ ਹੈ। ਏਕ ਰੋਮ ਮਹਿ ਵਿਸਨ ਅਨੇਕਾ, ਅਕਾਲ ਪੁਰਖ ਸਾਹਿਬ ਜੀ ਦੇ ਇੱਕ ਰੋਮ ਵਿੱਚ ਅਨੇਕਾਂ ਵਿਸ਼ਨੂੰ ਹਨ। ਕਾਲ ਪੁਰਖ ਕੀ ਦੇਹ ਮੋਹ, ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ, ਰਵ ਸਸ ਕਰੋੜ ਜਲੇਸ। ਇੱਕ ਰੋਮ ਦੇ ਵਿੱਚ ਜਿਸ ਦੇ ਬਹੁਤ ਅਣਗਿਣਤ ਹੀ ਵਿਸ਼ਨੂੰ ਹਨ। ਇਦ ਸਿਵ ਬਹੁ ਕੋ ਕਰ ਹੈ ਬਿਤੇਕਾ, ਅਤੇ ਬ੍ਰਹਮਾ ਤੇ ਸ਼ਿਵ ਜੀ ਜਿਹੜੇ ਬਹੁਤ ਜਿਸ ਦੇ ਸਰੂਪ ਵਿੱਚ ਹਨ ਉਹਨਾਂ ਦਾ ਵਿਚਾਰ ਕੌਣ ਕਰ ਸਕਦਾ ਹੈ। ਬ੍ਰਿਖ ਉਦੰਬਰ ਜਯੋ ਜਹ ਕਾਇਆ, ਬ੍ਰਿਖ ਉਦੰਬਰ ਜਿਉ ਜਿਹ ਕਾਇਆ। ਬ੍ਰਿਖ ਦਾ ਅਰਥ ਹੈ ਉਹ ਜਿਵੇਂ ਉਹ ਗੁੱਲਰ ਹੁੰਦਾ ਹੈ, ਤੇ ਇਸ ਪ੍ਰਕਾਰ ਜਿਸ ਦਾ ਸਰੀਰ ਹੈ। ਲਾਗੇ ਫਲ ਬ੍ਰਹਮੰਡ ਨਿਕਾਇਆ, ਤੇ ਇਸ ਲਈ ਲਾਗੇ ਫਲ ਬ੍ਰਹਮੰਡ ਨਿਕਾਇਆ। ਦਰਖਤ ਦੀ ਨਿਆਈ ਜਿਸ ਦਾ ਸਰੀਰ ਹੈ ਜਿਵੇਂ ਗੁੱਲਰ ਹੁੰਦਾ ਹੈ, ਲਾਗੇ ਫਲ ਬ੍ਰਹਮੰਡ ਨਿਕਾਇਮ। ਕੋਟ ਬ੍ਰਹਮੰਡ ਕੋ ਠਾकुर ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਤੇ ਸਮੂਹ ਜਿਹੜੇ ਉਹ ਫਲ ਬ੍ਰਹਮੰਡਾ ਰੂਪ ਤੇ ਜਿਸ ਦੇ ਲੱਗੇ ਹੋਏ ਹਨ। ਪਤ ਪਾਲਨ ਅਰ ਸਹਿ ਹਰਤਾ, ਤੇ ਸਾਰਿਆਂ ਦੀ ਪਦੈਸ਼ ਕਰਨੀ, ਪਾਲਣਾ ਅਤੇ ਸੰਹਰਤਾ, ਸੰਘਾਤ ਕਰਨਾ, ਨਾਸ ਕਰਨਾ। ਤੀਨ ਦੇਵ ਸਭ ਮਹਿ ਅਸ ਕਰਤਾ, ਇਹ ਜਿਹੜੇ ਤਿੰਨੇ ਦੇਵਤੇ ਹਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਉਹਨਾਂ ਦੇ ਵਿੱਚ ਐਸਾ ਕਰਤਾ ਅਕਾਲ ਪੁਰਖ ਵਾਹਿਗੁਰੂ ਹੈ। ਸਥਾਨ ਬੈਸੇ ਜਗਰਾਈ, ਜਗਤ ਦੇ ਮਾਲਕ ਅਕਾਲ ਪੁਰਖ ਸਾਹਿਬ ਜੀ ਜਿਸ ਅਸਥਾਨ ਤੇ ਬੈਠੇ ਸਨ, ਤਹ ਪਹੁੰਚੇ ਸਿਖਨ ਸੁਖਦਾਈ। ਸਿੱਖਾਂ ਨੂੰ ਸੁਖ ਦੇਣ ਵਾਲੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਉਥੇ ਪਹੁੰਚੇ ਹਨ। ਦੀਨ ਡੰਡੋਤ ਜੋਰ ਜੁਗ ਹਾਤਾ, ਦੋਨੇ ਹੱਥ ਜੋੜ ਕਰਕੇ ਡੰਡੇ ਵੱਤ ਲੰਬੇ ਪੈ ਕੇ
ਨਮਸਕਾਰ ਕੀਤੀ ਹੈ। ਹਾਂਡੇ ਪੁੰਨ ਬੇਦੀ ਕੁਲ ਨਾਥਾ। ਬੇਦੀਆਂ ਦੀ ਵੰਸ ਦੇ ਮਾਲਕ ਤਿੰਨ ਬੇਦੀਆਂ ਕੀ ਕੋਲ ਵਿਖੇ ਪ੍ਰਗਟੇ ਨਾਨਕ ਰਾਏ। ਫੇਰ ਆਪ ਜੀ ਖੜੇ ਹੋਏ ਹਨ। ਮੰਦ ਮੰਦ ਸ੍ਰੀ ਮੁਖ ਮੁਸਕਾਵਰਨ। ਸੁਭਾਏ ਮਾਨ ਅਕਾਲ ਪੁਰਖ ਸਾਹਿਬ ਜੀ ਹੌਲੀ ਹੌਲੀ ਆਪਣੇ ਮੁਖ ਤੋਂ ਮੁਸਕਰਾ ਰਹੇ ਹਨ। ਮ੍ਰਿਦੁਲ ਮਧੁਰ ਬੋਲੇ ਪਚ ਪਾਵਨ। ਮ੍ਰਿਦੁਲ ਦਾ ਅਰਥ ਹੈ ਕੋਮਲ ਮਿੱਠੇ, ਤੇ ਜਿਹੜੇ ਪਵਿੱਤਰ ਬਚਨ ਹਨ ਉਹ ਬੋਲੇ ਹਨ। ਜਗ ਭਗਤੀ ਕਲ ਕਾਲ ਕੁਚਾਲੀ। ਅਕਾਲ ਪੁਰਖ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਸੰਸਾਰ ਦੇ ਵਿੱਚ ਇਸ ਕਲਯੁਗ ਦੇ ਸਮੇਂ ਦੇ ਵਿੱਚ ਖੋਟੀ ਚਾਲ ਪ੍ਰਗਟ ਹੋ ਗਈ ਹੈ। ਮਨ ਹੋ ਲੱਗੀ ਦੋ ਜਵਾਲ ਵਿਸਾਲੀ। ਮਾਨੋ ਜਿਹੜੀ ਉਹ ਜੰਗਲ ਦੀ ਅਗਨੀ ਹੈ, ਦਾਵਾ ਅਗਨ ਤੇ ਮਹਾਨ ਲੱਗੀ ਹੋਈ ਹੈ। ਇਸੈ ਵਿਖੈ ਹੁਐ ਅਪਟ ਅਧੀਰਾ। ਵਿਸ਼ਾ ਵਿਖਾ ਹੋਇਆ ਲਪਟ ਅਧੀਰਾ। ਤੇ ਜਿਹੜੇ ਵਿਸ਼ਿਆਂ ਦੇ ਵਿੱਚ ਲੰਪਟ ਹੋਏ ਹੋਏ ਤੇ ਧੀਰਜ ਤੋਂ ਬਿਨਾ ਹੋਏ ਹਨ। ਵੱਡੇ ਵੇਗ ਸੋ ਬਹੀ ਕਮ ਸਮੀਹਾ। ਅਤੇ ਮਹਾਨ ਵੇਗ ਦੇ ਨਾਲ ਤੇਜੀ ਦੇ ਨਾਲ ਐਸੀ ਜਿਹੜੀ ਹਵਾ ਹੈ ਉਹ ਚੱਲੀ ਹੈ। ਤੇ ਆਦ ਵਿਕਾਰਾ। ਦੰਭ ਦਾ ਅਰਥ ਹੈ ਪਖੰਡ ਤੇ ਮੋਹ ਤੋਂ ਆਦਿਕ ਜਿੰਨੇ ਬਕਾਰ ਹਨ। ਲਾਟੈ ਅਤੇ ਵਿਕਰਾਲ ਅਪਾਰਾ। ਔਤਸ਼ਾ ਕਰਕੇ ਤੇ ਇਹ ਭਿਆਨਕ ਬੇਅੰਤ ਉਹ ਲਾਟਾਂ ਹੀ ਇਹ ਅੱਗ ਦੀਆਂ ਵਿਸ਼ੇ ਬਕਾਰਾਂ ਦੀ ਅੱਗ ਦੀਆਂ ਬੇਅੰਤ ਨਿਕਲ ਰਹੀਆਂ ਹਨ। ਮਾਨਵ ਬ੍ਰਿੰਦ ਹੈ ਜਰਤ ਪੁਕਾਰਤ। ਤੇ ਜਿਹੜੇ ਸਮੂਹ ਮਨੁੱਖ ਨੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਆਗੂ ਪਵਹਿ ਦਜਹ ਨਾਨਕਾ ਤਰੀਹ ਕਰਮੀ ਲੰਗ। ਮਾਨਵ ਬ੍ਰਿੰਦਾ ਜਰਤ ਪੁਕਾਰੈ। ਤੇ ਜਿਹੜੇ ਸਮੂਹ ਮਨੁੱਖ ਸੜਦੇ ਪੁਕਾਰਦੇ ਹਨ। ਆਏ ਤਾਪ ਪੀਰਾ ਨਰ ਆਰਤ। ਅਤੇ ਜਿਹੜੇ ਮਨੁੱਖ ਨੇ ਉਹ ਪੀੜਾ ਪਾ ਕਰਕੇ ਤੇ ਦੁਖੀ ਹੁੰਦੇ ਹਨ, ਤਾਪ ਪਾ ਕਰਕੇ ਤਪਸ਼ਤਾ ਦੇ ਤਾਈ। ਤੁਮ ਤਾਰਾ ਤਰ ਸਰਸ ਪਠਾਏ। ਤੁਮ ਧਾਰਾ ਧਰ ਸਰਸ ਪਠਾਏ। ਤੁਸਾਂ ਨੂੰ ਤੇ ਬੱਦਲ ਵਾਂਗੂ ਛੇਤੀ ਭੇਜਿਆ ਸੀ ਸੰਸਾਰ ਦੇ ਵਿੱਚ। ਧਾਨ ਗਰਜਤ ਗੋਬਿੰਦ ਰੂਪ। ਮਧੁਰ ਮਧੁਰ ਤੁਨ ਕੀਰਤ ਗਾਏ। ਅਤੇ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਕੀਰਤੀ ਗਾ ਕਰਕੇ। ਨਾਮ ਸੋ ਜਸ ਜਿਸ ਮਹਿ ਬਰਬਾਰਾ। ਅਤੇ ਨਾਮ ਦਾ ਜਿਹੜਾ ਸ੍ਰੇਸ਼ਟ ਜਸ ਹੈ ਤੇ ਜਿਸ ਦੇ ਵਿੱਚ ਇਹ ਸ੍ਰੇਸ਼ਟ ਜਾਲ ਹੈ, ਅੰਮ੍ਰਿਤ ਨਾਮ ਨਿਧਾਨ ਹੈ। ਮਿਲ ਪੀਵੋ ਭਾਈ ਵਿਖੈ ਬਨ ਤਿਆਗਰੀ ਸਖੀਏ। ਨਾਮ ਮਹਾਰਸ ਪੀਓ। ਬਈ ਜਿਹੜਾ ਸ੍ਰੇਸ਼ਟ ਜਾਲ ਹੈ ਜਿਸ ਦੇ ਵਿੱਚ ਅੰਮ੍ਰਿਤ ਰੂਪ ਹੈ, ਸ੍ਰੇਸ਼ਟ ਜਸ ਨਾਮ ਰੂਪੀ ਜਲ ਜਿਹੜਾ ਹੈ। ਐਹ ਹੁਤਾਸਨ ਨਾਸਨ ਹਾਰਾ। ਉਹ ਜਿਹੜੀ ਅੱਗ ਹੈ ਬਕਾਰਾਂ ਦੀ ਉਸ ਨੂੰ
ਨਾਸ ਕਰਨ ਵਾਲਾ ਹੈ। ਅਤ ਸੀਤਲਤਾ ਭਗਤ ਸੁਹਾਈ। ਆਤਿਸ਼ ਕਰਕੇ ਜਿਹੜੀ ਕਲ ਤਾਤੀ ਠੰਡਾ ਹਰਨਾਉ, ਤਾਪਤ ਕੜਾਹਾ ਬੁਝ ਗਇਓ, ਗੁਰ ਸੀਤਲ ਨਾਮ ਦਿਓ। ਆਤਿਸ਼ ਕਰਕੇ ਨਾਮ ਦੇ ਵਿੱਚ ਠੰਡ ਹੈ। ਆਤਿਸ ਦੁਨੀਆ ਖੁਣਕ ਨਾਮ ਖੁਦਾਇਆ, ਆਤ ਸੀਤਲਤਾ ਭਗਤ ਸੁਹਾਈ। ਆਤਿਸ਼ ਕਰਕੇ ਜਿਹੜੀ ਠੰਡ ਪਾਉਣ ਵਾਲੀ ਭਗਤੀ ਸੋਭਨੀਕ ਹੋ ਰਹੀ ਹੈ। ਜਸ ਰੂਪ ਸਮਝਨ ਸੁਖ ਪਾਈ। ਤੇ ਆਪਣੇ ਆਤਮਾ ਸਰੂਪ ਨੂੰ ਜਿਹੜਾ ਸਮਝਣਾ ਹੈ, ਉਹਦੇ ਵਿੱਚ ਹੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜਰਤਿਓ ਨਰਕ ਉਬਾਰਟ। ਜਰਤਿਓ ਨਰਨ ਉਬਾਰਨ ਕਾਰਨ ਸੜਦਿਆਂ ਮਨੁੱਖਾਂ ਨੂੰ ਬਚਾਉਣ ਵਾਸਤੇ। ਜਗ ਪ੍ਰਗਟੇ ਤੁਮ ਦੰਭ ਵਿਧਾਰਨ। ਅਕਾਲ ਪੁਰਖ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਰਹੇ ਹਨ ਕਿ ਤੁਸੀਂ ਪਖੰਡ ਨੂੰ ਨਾਸ ਕਰਨ ਵਾਸਤੇ ਸੰਸਾਰ ਦੇ ਵਿੱਚ ਪ੍ਰਗਟ ਹੋਏ ਹੋ। ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਆ ਜਿਹੜੇ ਪਖੰਡ ਰੂਪ ਤਾਰੇ ਹਨ, ਉਹਨਾਂ ਨੂੰ ਨਾਸ ਕਰਨ ਵਾਸਤੇ ਪਖੰਡ ਨੂੰ ਤੇ ਸੰਸਾਰ ਦੇ ਵਿੱਚ ਤੁਸੀਂ ਪ੍ਰਗਟ ਹੋਏ ਹੋ। ਕਾਰਜ ਸਭ ਹੀ ਕਰ ਆਏ। ਉਹ ਕੰਮ ਤੁਸੀਂ ਸਾਰਾ ਹੀ ਕਰ ਆਏ ਹੋ। ਕਿਤੋ ਰਹਿਓ ਕਰਨੋ ਕਿਤ ਥਾਏ। ਜਾਂ ਫਿਰ ਕਿਸੇ ਅਸਥਾਨ ਤੇ ਉਹ ਜਿਹੜਾ ਕਾਰਜ ਕਰਨਾ ਰਹਿ ਗਿਆ ਹੈ। ਤੋਰਾ ਸੁਨ ਸਤ ਸ੍ਰੀ ਅਕਾਲ। ਸੁਣ ਸਤਿ ਸ੍ਰੀ ਅਕਾਲ ਤੇ ਸੁਣ ਕੇ ਸੁਭਾਏ ਮਾਨ ਅਕਾਲ ਪੁਰਖ ਸਾਹਿਬ ਜੀ ਤੋਂ। ਅਸ ਪ੍ਰਕਾਰ ਕੇ ਬੈਨ। ਇਸ ਪ੍ਰਕਾਰ ਦੇ ਬਚਨ ਸੁਣ ਕਰਕੇ ਬੋਲੇ ਸ੍ਰੀ ਨਾਨਕ ਤਬੋ ਜੇ। ਬੋਲੇ ਸ੍ਰੀ ਨਾਨਕ ਤਬ ਹੈ, ਤਦੋਂ ਸੁਭਾਏ ਮਾਨ ਸਤਿਗੁਰੂ ਸਾਹਿਬ ਜੀ ਬਚਨ ਕਹਿਣ ਲੱਗੇ ਹਨ। ਜੇ ਸਿੱਖਨ ਸੁਖ ਦੈਨ। ਜਿਹੜੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸਿੱਖਾਂ ਨੂੰ ਸੁਖ ਦੇਣ ਵਾਲੇ ਹਨ। ਜੋ ਪਈ ਉਤੇ ਅਨਹਰ ਹੈ ਸਾਗਰ ਰਾਤੂ। ਉਤੇ 18 ਸਾਗਰ ਟਾਪੂ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ ਜਿਹੜੇ 18 ਟਾਪੂ ਸਨ ਤੇ ਸਮੁੰਦਰ ਦੇ ਵਿੱਚ ਪਰਸ ਰਹਿਓ ਤਹ ਨਾਮ ਪ੍ਰਤਾਪੂ। ਪਸਰ ਰਹਿਓ ਤਹ ਨਾਮ ਪ੍ਰਤਾਪੂ। ਅਕਾਲ ਪੁਰਖ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਉਹਨਾਂ 18 ਟਾਪੂਆਂ ਦੇ ਵਿੱਚ ਜਿਹੜੇ ਸਮੁੰਦਰ ਦੇ ਵਿੱਚ ਹਨ ਤੇ ਉਥੇ ਨਾਮ ਦਾ ਜਿਹੜਾ ਪ੍ਰਤਾਪ ਹੈ ਉਹ ਫੈਲ ਰਿਹਾ ਹੈ। ਜੰਬੂ ਦੀਪ ਬਿਖੈ ਬਹੁ ਥਾਈ। ਅਤੇ ਜੰਬੂ ਦੀਪ ਜਿਹੜਾ ਹੈ ਉਸ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਬਸਰੀ ਭਗਤ ਮਹਾ ਸੁਖਦਾਈ। ਆਪ ਜੀ ਦੀ ਜਿਹੜੀ ਭਗਤੀ ਹੈ ਉਹ ਮਹਾਨ ਸੁਖਾਂ ਨੂੰ ਦੇਣ ਵਾਲੀ ਫੈਲ ਗਈ ਹੈ, ਫੈਲੀ ਹੈ। ਅਬ ਨਵ ਖੰਡਨ ਜਾਏ ਬਹੋਰੀ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ ਹੈ ਅਕਾਲ ਪੁਰਖ ਸਾਹਿਬ ਜੀ
ਹੁਣ 9 ਖੰਡਾਂ ਦੇ ਵਿੱਚ ਜਾ ਕਰਕੇ ਫੇਰ ਤੈ ਉਪਦੇਸ਼ ਕਟੋ ਦੁਖ ਘੋਰੀ। ਤੇ ਉਪਦੇਸ਼ ਦੇ ਕੇ ਤੇ ਭਿਆਨਕ ਜਿਹੜਾ ਦੁੱਖ ਹੈ ਜੰਮਣ ਮਰਨ ਦਾ ਤੇ ਉਸ ਨੂੰ ਕੱਟਾਂਗੇ। ਸਪਤ ਦੀਪ ਮਹਿ ਨਾਮ ਪਰਤਾਪਾ। ਅਤੇ ਜਿਹੜੇ 7 ਦੀਪ ਹਨ ਉਹਨਾਂ ਦੇ ਵਿੱਚ ਆਪ ਜੀ ਦੇ ਨਾਮ ਦਾ ਤੇਜ ਪ੍ਰਤਾਪ। ਸੁਨ ਕਰ ਸ਼ਬਦ ਕਰਹਿੰਗੇ ਜਾਪਾ। ਤੇ ਉਹ ਸ਼ਬਦ ਨੂੰ ਸੁਣ ਕਰਕੇ ਤੇ ਨਾਮ ਦਾ ਜਾਪ ਕਰਨਗੇ। ਹੁਵੈ ਹੈ ਭਗਤ ਨਾਮ ਵਡਿਆਈ। ਅਤੇ ਆਪ ਜੀ ਦੀ ਭਗਤੀ ਤੇ ਨਾਮ ਦੀ ਵਡਿਆਈ ਹੋਵੇਗੀ। ਧਰਾ ਪਾਰ ਦੁਖ ਸਭ ਮਿਟ ਜਾਈ। ਅਤੇ ਧਰਤੀ ਤੇ ਜਿਹੜਾ ਪਾਪਾਂ ਦਾ ਭਾਰ ਹੈ ਤੇ ਦੁੱਖ ਸਾਰਾ ਮਿਟ ਜਾਵੇਗਾ। ਸਿਮਰਹਿ ਨਾਮ ਗਾਨ ਪੁਨ ਕਿਰਹੀ। ਸਿਮਰਹਿ ਨਾਮ ਗਾਨ ਪੁਨ ਕਰਹੀ। ਜਦੋਂ ਆਪ ਜੀ ਦੇ ਨਾਮ ਨੂੰ ਸਿਮਰਨਗੇ ਅਤੇ ਜਾਸ ਗਾਉਣਾ ਕਰਨਗੇ। ਜਨਮ ਜਨਮ ਅਗ ਕੋਟਨ ਹਰਹੀ। ਤੇ ਨਾਮ ਦਾ ਸਿਮਰਨ ਤੇ ਗੁਣਾਂ ਦਾ ਗਾਉਣਾ ਜਿਹੜਾ ਹੈ ਜਨਮਾਂ ਜਨਮਾਤਰਾਂ ਦੇ ਕਰੋੜਾਂ ਪਾਪਾਂ ਨੂੰ ਨਾਸ ਕਰ ਦੇਵੇਗਾ। ਧਨ ਸੁਰ ਸਮ ਗੰਭੀਰ ਸੋਬਾਨੀ। ਧਨ ਸੁਰ ਸਮ ਗੰਭੀਰ ਸੋਬਾਨੀ। ਧਨ ਸਰ ਦਾ ਅਰਥ ਹੈ ਬਦਲਾਂ ਦੇ ਸੁਦਰਸ਼ ਮਹਾਨ ਤੇ ਬਹੁਤ ਗੰਭੀਰ ਬਾਣੀ ਜਿਹੜੀ ਹੈ ਉਹ ਸੁਣ ਕਰਕੇ। ਕਰਤਾ ਪੁਰਖ ਕਹਿਤ ਸੁਖ ਸਾਨੀ। ਕਰਤਾ ਅਕਾਲ ਪੁਰਖ ਸਾਹਿਬ ਜੀ ਕਹਿਣ ਲੱਗੇ ਸੁਖਾਂ ਦੇ ਨਾਲ ਮਿਲੀ ਹੋਈ। ਉਜਰੋ ਮਹਿਮਾ ਨਾਮ ਮਨੋਕਾ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਅਕਾਲ ਪੁਰਖ ਸਾਹਿਬ ਜੀ ਕਹਿਣ ਲੱਗੇ ਨਾਮ ਦੀ ਜਿਹੜੀ ਵਡਿਆਈ ਹੈ ਸੁੰਦਰ ਉਹ ਉਚਾਰਨਾ ਕਰੋ। ਜੋ ਮਤ ਮੰਦਨ ਧਾਰਨ ਜੋਗਾ। ਜਿਹੜਾ ਨਾਮ ਮੰਦੀ ਮਤ ਵਾਲਿਆਂ ਨੂੰ ਤਾਰਨ ਦੇ ਲਾਇਕ ਹੈ ਯੋਗ ਹੈ। ਨਿਜ ਮੁਖ ਤੇ ਤੁਮ ਗਾਏ ਸੁਨਾਵੋ। ਅਕਾਲ ਪੁਰਖ ਸਾਹਿਬ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿਣ ਲੱਗੇ ਆਪਣੇ ਮੁਖ ਤੋਂ ਤੁਸੀਂ ਨਾਮ ਦੀ ਮਹਿਮਾ ਤੇ ਗੁਣਾਂ ਨੂੰ ਗਾ ਕੇ ਸੁਣਾਵੋ ਤੁਸੀਂ ਆਪਣੇ ਮੁਖ ਤੋਂ। ਬਹੁਰ ਜਾਏ ਉਪਦੇਸ਼ ਦ੍ਰਿੜਾਵੋ। ਤੇ ਫੇਰ ਮਾਤ ਲੋਕ ਤੇ ਜਾ ਕੇ 9 ਖੰਡਾਂ ਵਾਲੀ ਧਰਤੀ ਦੇ ਵਿੱਚ ਤੇ ਉਪਦੇਸ਼ ਜਿਹੜਾ ਹੈ ਨਾਮ ਦਾ ਦ੍ਰਿੜ ਕਰਵਾਵੋ। ਸੁਣ ਬੋਲੇ ਸ੍ਰੀ ਨਾਨਕ ਬਾਣੀ। ਸੁਣ ਕਰਕੇ ਸੁਭਾਏ ਮਾਨ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੇ ਮੁਖ ਤੋਂ ਪਾਵਨ ਬਾਣੀ ਕਹਿਣ ਲੱਗੇ ਹਨ। ਆਸਾ ਰਾਗ ਵਿਖੇ ਸੁਭ ਸਾਨੀ। ਆਸਾ ਰਾਗ ਦੇ ਵਿੱਚ ਜਿਹੜੀ ਸ਼ੋਭ ਮਿਲੀ ਹੋਈ ਹੈ। ਸ੍ਰੀ ਮੁਖ ਵਾਕ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਰਠ। ਸ੍ਰੀ ਮੁਖ ਵਾਕ ਸੁਭਾਏ ਮਾਨ ਮੁਖ ਤੋਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਉਚਾਰਨ ਕਰਦੇ ਹਨ। ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਦਰ। ਇਕੱਠਾ ਪਾਠ ਕਰਨਾ ਹੈ ਸੋਦਰ ਪਾਠ ਹੈ। ਸੋਦਰ ਤੇਰਾ ਕਿਹਾ ਸੋ ਘਰ ਕਿਹਾ। ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਦਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਖੇ 3 ਸੋਦਰ ਆਉਂਦੇ ਹਨ।
ਇੱਕ ਰਹਿਰਾਸ ਸਾਹਿਬ ਜੀ ਦੇ ਪਾਠ ਵਿੱਚ ਆਉਂਦਾ ਹੈ। ਇਸੇ ਪ੍ਰਕਾਰ ਇਹ ਇੱਕ ਆਸਾ ਰਾਗ ਦੇ ਵਿੱਚ ਆਉਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੇ ਸਨਮੁਖ ਸੱਚਖੰਡ ਸਾਹਿਬ ਵਿਖੇ ਉਚਾਰਨ ਕਰ ਰਹੇ ਹਨ। ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਪਹਿਲੇ ਘਰ ਦੇ ਵਿੱਚ ਸੋਦਰ ਨਾਮੇ ਬਾਣੀ ਉਚਾਰਨ ਕਰਦੇ ਹਨ। ਸੋਦਰ ਤੇਰਾ ਕਿਹਾ ਸੋ ਕਰ ਕਿਹਾ। ਹੇ ਅਕਾਲ ਪੁਰਖ ਵਾਹਿਗੁਰੂ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਆਪ ਜੀ ਦਾ ਸਤ ਸੰਗਤ ਰੂਪੀ ਦਰ ਕਿਹੋ ਜਿਹਾ ਕਹੀਦਾ ਹੈ ਅਤੇ ਸੋ ਘਰ ਅਤੇ ਸੰਸਾਰ ਰੂਪੀ ਘਰ ਉਹ ਇਸ ਪ੍ਰਕਾਰ ਦਾ ਆਪ ਜੀ ਦਾ ਕਹੀਦਾ ਹੈ। ਜਿਤ ਬਹਿ ਸਰਬ ਸੰਭਾਲੇ, ਜਿਸ ਦੇ ਵਿੱਚ ਆਪ ਜੀ ਦਾ ਜਿਹੜਾ ਸਤ ਸੰਗਤ ਰੂਪੀ ਘਰ ਹੈ ਉਹਦੇ ਵਿੱਚ ਬੈਠ ਕੇ ਜਿਹੜੇ ਭਗਤ ਸੰਤ ਗੁਰਮੁਖ ਗੁਰਸਿੱਖ ਆਪ ਜੀ ਦੇ ਨਾਮ ਦਾ ਜਸ ਕਹਿੰਦੇ ਹਨ ਅਤੇ ਜਿਹੜਾ ਸੰਸਾਰ ਘਰ ਹੈ ਉਹਦੇ ਵਿੱਚ ਬੈਠ ਕੇ ਆਪ ਜੀ ਸਾਰਿਆਂ ਦੀ ਸੰਭਾਲ ਕਰਦੇ ਹੋ। ਬਾਜੇ ਤੇਰੇ ਨਾਦ ਅਨੇਕ ਅਸੰਖਾ, ਆਪ ਜੀ ਦੇ ਬਾਜੇ ਤੇਰੇ ਨਾਦ ਅਨੇਕ ਅਸੰਖ। ਆਪ ਜੀ ਦੇ ਜਿਹੜੇ ਬਾਜੇ ਅਨੇਕਾਂ ਹਨ ਤੇ ਉਹਨਾਂ ਦੇ ਅਨੇਕਾਂ ਨਾਦ ਦਾ ਅਰਥ ਹੈ ਸ਼ਬਦ ਹਨ ਤੇ ਅਸੰਖਾ ਅਣਗਿਣਤ ਹੀ। ਕੀਤੇ ਤੇਰੇ ਭਾਵਨ ਹਾਰੇ, ਤੇ ਕਿਤਨੇ ਉਹ ਆਪ ਜੀ ਦੇ ਉਹਨਾਂ ਦੇ ਬਾਜਿਆਂ ਦੇ ਤਾਈਂ ਵਜਾਉਣ ਵਾਲੇ ਹਨ। ਕੀਤੇ ਤੇਰੇ ਰਾਗ ਪਰਿਸਿਓ ਕਹੀਐ ਹੈ, ਅਤੇ ਕਿਤਨੇ ਆਪ ਜੀ ਦੇ ਰਾਗ ਤੇ ਪਰੀ ਰਾਗਣੀਆਂ ਤੇ ਸਿਓ ਕਹੀਐ ਪੁੱਤਰਾਂ ਦੇ ਸਹਿਤ ਕਹੀਦੇ ਹਨ। ਕੀਤੇ ਤੇਰੇ ਗਾਵਨ ਹਾਰੇ, ਅਤੇ ਕਿਤਨੇ ਆਪ ਜੀ ਦੇ ਜਸ ਦੇ ਤਾਈਂ ਗਾਉਣ ਵਾਲੇ ਹਨ। ਗਾਵਨ ਤੁਧਨੋ ਪੌਣ ਪਾਣੀ ਬੈ ਸੰਤਰ, ਗਾਵਣ ਦਾ ਅਰਥ ਹੈ ਤੁਸਾਂ ਦੇ ਜਸ ਨੂੰ ਪਾਉਣ ਤੇ ਪਾਣੀ ਤੇ ਬੈਸੰਤਰ ਅੱਗ ਇਹ ਵੀ ਗਾਉਂਦੇ ਹਨ। ਗਾਵੇ ਰਾਜਾ ਧਰਮ ਦੁਆਰੇ, ਅਤੇ ਧਰਮ ਰਾਜਾ ਆਪ ਜੀ ਦੇ ਦਰਵਾਜ਼ੇ ਅੱਗੇ ਆਪ ਜੀ ਦੇ ਜਸ ਨੂੰ ਗਾਉਂਦਾ ਹੈ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਹੇ ਅਕਾਲ ਪੁਰਖ ਸਾਹਿਬ ਜੀ, ਤੁਸਾਂ ਦੇ ਜਸ ਨੂੰ ਚਿੱਤਰ ਤੇ ਗੁਪਤ ਜਿਹੜੇ ਜੀਵਾਂ ਦੇ ਉਹ ਚੰਗੇ ਮਾੜੇ ਲੇਖਾਂ ਨੂੰ ਲਿਖ ਕੇ ਜਾਣਦੇ ਹਨ ਤੇ ਉਹ ਵੀ ਤੇਰੇ ਜਸ ਨੂੰ ਗਾਉਂਦੇ ਹਨ। ਲਿਖ ਲਿਖ ਧਰਮ ਵਿਚਾਰੇ, ਅਤੇ ਧਰਮ ਰਾਜਾ ਉਹਨਾਂ ਨੂੰ ਲਿਖੇ ਹੋਇਆਂ ਨੂੰ ਤੇ ਵਿਚਾਰਦਾ ਹੈ। ਗਾਵਨ ਤੁਧਨੋ ਈਸ਼ਰ ਬ੍ਰਹਮਾ, ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ। ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸਾਂ ਦੇ ਜਸ ਨੂੰ ਈਸ਼ਰ ਦਾ ਅਰਥ ਹੈ ਸ਼ਿਵ ਜੀ ਤੇ ਬ੍ਰਹਮਾ ਤੇ ਦੇਵੀ ਜਿਹੜੀਆਂ 9 ਕਰੋੜ
ਦੇਵੀਆਂ ਹਨ, ਉਹ ਵੀ ਆਪ ਜੀ ਦੇ ਜਸ ਨੂੰ ਗਾਉਂਦੀਆਂ ਹਨ। ਸੋਹਨ ਤੇਰੇ ਸਦਾ ਸਵਾਰੇ, ਤੇ ਉਹ ਸੋਭਦੇ ਹਨ ਤੇਰੇ ਸਦਾ ਵਾਸਤੇ, ਸਵਾਰੇ ਹੋਏ ਹਮੇਸ਼ਾ ਵਾਸਤੇ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਤੁਸਾਂ ਦੇ ਜਸ ਦੇ ਤਾਈਂ, ਆਪ ਜੀ ਦੇ ਜਸ ਦੇ ਤਾਈਂ ਇੰਦਰ ਤੇ ਉਹ ਸਿੰਘਾਸਨ ਤੇ ਬੈਠੇ ਗਾਉਂਦੇ ਹਨ। ਦੇਵਤਿਆ ਦਰ ਨਾਲੇ, ਦੇਵਤਿਆਂ ਦੀ ਫੌਜ ਦੇ ਨਾਲ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ। ਤੁਸਾਂ ਦੇ ਜਸ ਦੇ ਤਾਈਂ, ਆਪ ਜੀ ਦੇ ਤਾਈਂ 84 ਜਿਹੜੇ ਸਿੱਧ ਹੈ ਸਮਾਧੀ ਦੇ ਅੰਦਰ ਅਸਥਿਤ ਹੋ ਕੇ ਗਾਉਂਦੇ ਹਨ ਜਸ ਦੇ ਤਾਈਂ। ਗਾਵਨ ਤੁਧਨੋ ਸਾਧ ਵਿਚਾਰੇ, ਤੁਸਾਂ ਦੇ ਜਸ ਦੇ ਤਾਈਂ, ਆਪ ਜੀ ਦੇ ਤਾਈਂ ਜਿਹੜੇ ਵਿਚਾਰੇ ਸਾਧੂ ਹਨ ਉਹ ਵੀ ਗਾਉਂਦੇ ਹਨ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਤੁਸਾਂ ਦੇ ਆਪ ਜੀ ਦੇ ਜਸ ਦੇ ਤਾਈਂ ਜਿਹੜੇ ਜਤੀ ਭੀਸ਼ਮ ਪਿਤਾਮਾ ਤੇ ਹਨੂਮਾਨ, ਇਸੇ ਪ੍ਰਕਾਰ ਭੈਰੋਂ ਤੇ ਇਹ ਗੋਰਖਨਾਥ, ਇਹ ਸਾਰੇ ਜਤੀ ਗਾਉਂਦੇ ਹਨ। ਤੇ ਸਤੀ ਜਿਹੜੇ ਸਤ ਪ੍ਰਤੱਗੀ ਹਨ, ਜਿਵੇਂ ਪ੍ਰਿਥੂ ਰਾਜਾ ਪ੍ਰੀਸ਼ਤ ਰਾਜਾ ਹੋਇਆ ਹੈ, ਇਸ ਪ੍ਰਕਾਰ ਤੇ ਅਤੇ ਸੰਤੋਖੀ ਜਿਹੜੇ ਚਾਣਕ ਰਿਖੀ ਆਦਿਕ ਹਨ। ਗਾਵਨ ਤੁਧਨੋ ਵੀਰ ਕਰਾਰੇ, ਅਤੇ ਤੁਸਾਂ ਦੇ ਜਸ ਦੇ ਤਾਈਂ ਜਿਹੜੇ 52 ਵੀਰ ਹਨ ਬੜੇ ਕਰਾਰੇ ਕਰੜੇ, ਉਹ ਵੀ ਗਾਉਂਦੇ ਹਨ। ਗਾਵਨ ਤੁਧਨੋ ਪੰਡਿਤ ਪੜੇ ਰਿਖੀ ਸੁਰ, ਅਤੇ ਤੁਸਾਂ ਦੇ ਜਸ ਦੇ ਤਾਈਂ ਜਿਹੜੇ ਪੰਡਤ ਨੇ ਵਿਦਵਾਨ ਤੇ ਉਹ ਵੇਦਾਂ ਦੀਆਂ ਸੁਰਤੀਆਂ ਨੂੰ ਪੜ੍ਹੇ ਹੋਏ ਨੇ, ਤੇ ਉਹ ਰਿਖੀਆਂ ਦੇ ਜਿਹੜੇ ਈਸਰ ਹਨ ਉਹ ਵੀ ਗਾਉਂਦੇ ਹਨ। ਜੁਗ ਜੁਗ ਵੇਦਾ ਨਾਲੇ, ਤੇ ਜੁਗਾਂ ਜੁਗਾਂ ਦੇ ਵਿੱਚ ਵੇਦਾਂ ਦੇ ਨਾਲ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਹੇ ਅਕਾਲ ਪੁਰਖ ਸਾਹਿਬ ਜੀ, ਆਪ ਜੀ ਦੇ ਜਸ ਦੇ ਤਾਈਂ ਮੋਹਣੀਆਂ ਜਿਹੜੀਆਂ ਇਸਤਰੀਆਂ ਹਨ ਤੇ ਮਨ ਮੋਹਨ, ਮਨ ਨੂੰ ਮੋਹਤ ਕਰਨ ਵਾਲੀਆਂ। ਸੁਰਗ ਮਚ ਪਿਆਲੇ, ਤੇ ਸੁਰਗ ਲੋਕ ਦੀਆਂ ਅਪਸ਼ਰਾਂ ਅਤੇ ਮਸ਼ ਦਾ ਅਰਥ ਹੈ ਪਤਾਲ ਲੋਕ ਦੀਆਂ, ਤੇ ਪਿਆਲੇ ਮਾਤ ਲੋਕ ਦੀਆਂ, ਮਸ਼ ਦਾ ਅਰਥ ਹੈ ਮਾਤ ਲੋਕ ਦੀਆਂ ਜਿਹੜੀਆਂ ਪਦਮਣੀਆਂ ਹਨ, ਤੇ ਪਿਆਲੇ ਪਤਾਲ ਦੀਆਂ ਜਿਹੜੀਆਂ ਹਨ ਇਸਤਰੀਆਂ, ਉਹ ਆਪ ਜੀ ਦੇ ਜਸ ਦੇ ਤਾਈਂ ਗਾਉਂਦੀਆਂ ਹਨ। ਗਾਵਨ ਤੁਧਨੋ ਰਤਨ ਉਪਾਏ ਤੇਰੇ, ਹੇ ਅਕਾਲ ਪੁਰਖ ਸਾਹਿਬ ਜੀ, ਤੁਸਾਂ ਦੇ ਜਸ ਦੇ ਤਾਈਂ, ਆਪ ਜੀ ਦੇ ਤਾਈਂ ਜਿਹੜੇ ਰਤਨ 14 ਪੈਦਾ ਕੀਤੇ ਹੋਏ ਹਨ, ਸ੍ਰੀਮਨ ਰੰਭਾ ਬਾਰਣੀ ਧਰਖ ਧਨੰਤਰ ਬਾਜ, ਉਹ ਗਾਉਂਦੇ ਹਨ ਜਿਤਨੇ ਹਨ। ਜੀਤੇ 68 ਤੀਰਥ ਨਾਲੇ, ਅਤੇ ਜਿੰਨੇ 68 ਤੀਰਥ ਹਨ ਉਹਨਾਂ ਦੇ ਨਾਲ। ਗਾਵਨ ਤੁਧਨੋ ਜੋਤ ਮਹਾਬਲ ਸੂਰਾ, ਅਤੇ ਮਹਾਰਾਜ ਆਪ ਜੀ ਦੇ ਜਸ ਨੂੰ, ਜਿਹਦੇ ਜੋਧ ਦਾ ਅਰਥ ਹੈ ਉਹ ਰਥੀ ਸੂਰਮੇ, 1000 ਦੇ ਨਾਲ ਕੱਲਾ ਜੰਗ ਲੜਨ ਵਾਲਾ। ਮਹਾਬਲ ਦਾ ਅਰਥ ਹੈ ਜਿਹੜੇ ਉਹ
ਮਹਾਰਥੀ 10,000 ਦੇ ਨਾਲ ਜੰਗ ਲੜਨ ਵਾਲੇ, ਤੇ ਸੂਰਾ ਦਾ ਅਰਥ ਹੈ ਜਿਹੜਾ ਸੂਰਮਾ ਅਣਗਿਣਤ ਦੇ ਨਾਲ ਜੰਗ ਕਰਨ ਵਾਲਾ ਹੈ। ਇਹ ਤੁਸਾਂ ਦੇ ਜਸ ਦੇ ਤਾਈਂ ਗਾਉਂਦੇ ਹਨ। ਗਾਵਨ ਤੁਧਨੋ ਖਾਣੀ ਚਾਰੇ, ਤੁਸਾਂ ਦੇ ਜਸ ਦੇ ਤਾਈਂ, ਆਪ ਜੀ ਦੇ ਜਸ ਦੇ ਤਾਈਂ ਚਾਰੇ ਖਾਣੀਆਂ ਦੇ ਜੀਵ ਵੀ ਗਾਉਂਦੇ ਹਨ। ਅੰਡਜ ਜੇਰਜ ਉਤਪੁਜ ਸੇਤਜ ਕੀਏ ਜਨਤਾ, ਇਹ ਸਾਰੇ ਚਾਰੇ ਖਾਣੀਆਂ ਦੇ ਜੀਵ ਗਾਉਂਦੇ ਹਨ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਹੇ ਅਕਾਲ ਪੁਰਖ ਸਾਹਿਬ ਜੀ, ਤੁਸਾਂ ਦੇ ਤਾਈਂ, ਆਪ ਜੀ ਦੇ ਤਾਈਂ ਜਿਹੜੇ 9 ਖੰਡ ਹਨ, ਤੇ ਇਸੇ ਪ੍ਰਕਾਰ ਮੰਡਲ ਗੋਲਾਕਾਰ ਜਿੰਨੇ ਵੀ ਬ੍ਰਹਮੰਡ ਹਨ ਉਹ ਗਾਉਂਦੇ ਹਨ। ਕਰ ਕਰ ਰੱਖੇ ਤੇਰੇ ਧਾਰੇ, ਤੇ ਪੈਦਾ ਕਰ ਕਰਕੇ ਜਿਹੜੇ ਆਪ ਜੀ ਦੇ ਆਸਰੇ ਰੱਖੇ ਹਨ। ਸਈ ਤੁਧਨੋ ਗਾਵਨ ਜੋ ਤੁਧ ਭਾਵਨ, ਉਹੀ ਤੁਸਾਂ ਦੇ ਤਾਈਂ ਗਾਉਂਦੇ ਹਨ ਜਿਹੜੇ ਤੁਸਾਂ ਨੂੰ ਭਾਉਂਦੇ ਹਨ। ਰਤੇ ਤੇਰੇ ਭਗਤ ਰਸਾਲੇ, ਆਪ ਜੀ ਦੇ ਭਗਤ ਸੁੰਦਰ ਭਗਤੀ ਦੇ ਵਿੱਚ ਤੇ ਰਾਸ ਦੇ ਵਿੱਚ, ਪ੍ਰੇਮ ਰਾਸ ਦੇ ਵਿੱਚ ਰੰਗੇ ਹਨ। ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤ ਨਾ ਆਵਨ, ਹੇ ਅਕਾਲ ਪੁਰਖ ਸਾਹਿਬ ਜੀ, ਹੋਰ ਕਿਤਨੇ ਤੁਸਾਂ ਦੇ ਜਸ ਤਾਈਂ, ਆਪ ਜੀ ਦੇ ਜਸ ਤਾਈਂ ਗਾਉਂਦੇ ਹਨ, ਉਹ ਮੇਰੇ ਚਿੱਤ ਦੇ ਵਿੱਚ ਚੇਤੇ ਨਹੀਂ ਆਉਂਦੇ ਹਨ। ਨਾਨਕ ਕੀਆ ਵਿਚਾਰੇ, ਮੈਂ ਦਾਸ ਕੀ ਵਿਚਾਰ ਕਰ ਸਕਦਾ ਹਾਂ। ਸਈ ਸੋਈ ਸੋਈ ਸਦਾ ਸਚ ਸਾਹਿਬ, ਹੇ ਅਕਾਲ ਪੁਰਖ ਸਾਹਿਬ ਜੀ, ਪਿੱਛੇ ਵੀ ਆਪ ਜੀ ਸੱਚ ਸਰੂਪ ਸੀ ਤੇ ਹੁਣ ਵੀ ਸੱਚ ਸਰੂਪ ਹੋ, ਤੇ ਅੱਗੇ ਨੂੰ ਵੀ ਸਾਲਿਆਂ ਦੇ ਮਾਲਕ ਸੱਚ ਸਰੂਪ ਹੋ। ਸਾਚਾ ਸਾਚੀ ਨਾਈ, ਆਪ ਜੀ ਦਾ ਨਾਮ ਵੀ ਸੱਚਾ ਹੈ, ਤੇ ਆਪ ਜੀ ਦੀ ਜਿਹੜੀ ਵਡਿਆਈ ਹੈ, ਇੱਛਾ ਹੈ, ਉਹ ਵੀ ਸੱਚੀ ਹੈ। ਹੋਸੀ ਜਾਏ ਨਾ ਜਾਸੀ, ਆਪ ਜੀ ਹੁਣ ਵਰਤਮਾਨ ਕਾਲ ਦੇ ਵਿੱਚ ਵੀ ਸੱਚ ਸਰੂਪ ਹੋ, ਅਤੇ ਭੂਤ ਕਾਲ ਦੇ ਸਮੇਂ ਵਿੱਚ ਵੀ ਆਪ ਜੀ ਸੱਚ ਸਰੂਪ ਸੀ, ਤੇ ਹੋਸੀ ਅੱਗੇ ਨੂੰ ਵੀ ਸੱਚ ਸਰੂਪ ਹੋਵੋਗੇ। ਰਚਨਾ ਜਿਨ ਰਚਾਈ, ਜਾਏ ਨਾ ਜਾਸੀ, ਨਾ ਆਪ ਜੀ ਪੈਦਾ ਹੋਣ ਵਾਲੇ ਹੋ ਤੇ ਨਾ ਮਰ ਕੇ ਜਾਣ ਵਾਲੇ ਹੋ। ਰਚਨਾ ਜਿਨ ਰਚਾਈ, ਜਿਸ ਆਪ ਜੀ ਨੇ ਇਹ ਸਾਰੀ ਰਚਨਾ ਬਣਾਈ ਹੈ। ਰੰਗੀ ਰੰਗੀ ਭਾਤੀ ਜਿਨਸੀ, ਰੰਗੀ ਰੰਗੀ ਭਾਤੀ ਕਰ ਕਰ, ਰੰਗੀ ਰੰਗੀ ਭਾਤੀ ਜਿਨਸੀ, ਤੇ ਆਪ ਜੀ ਨੇ ਰੰਗਾਂ ਰੰਗਾਂ ਦੀਆਂ ਜਿਨਸਾਂ ਤਰ੍ਹਾਂ ਤਰ੍ਹਾਂ ਦੀਆਂ ਪੈਦਾ ਕੀਤੀਆਂ ਹਨ। ਮਾਇਆ ਜਿਨ ਉਪਾਈ, ਆਪ ਜੀ ਨੇ ਮਾਇਆ ਦੇ ਨਾਲ ਪੈਦਾ ਕੀਤੀ ਹੈ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ, ਭਾਵ ਜਿਸ ਆਪ ਜੀ ਦੀ ਮਾਇਆ ਨੇ ਪੈਦਾ ਕੀਤੀ ਹੈ। ਕਰ ਕਰ ਦੇਖੈ ਕੀਤਾ ਆਪਣਾ, ਆਪਣੇ ਪੈਦਾ ਕੀਤੇ ਹੋਇਆਂ ਨੂੰ ਕਰ ਕਰਕੇ ਆਪ ਜੀ ਦੇਖਦੇ ਹੋ ਤੇ ਉਹਨਾਂ ਦੀ ਪਾਲਣਾ ਕਰਦੇ ਹੋ। ਜੋ ਤਿਸ ਦੀ ਵਡਿਆਈ, ਜਿਵੇਂ ਆਪ ਜੀ ਦੀ ਵਡਿਆਈ ਇੱਛਾ ਹੁੰਦੀ ਹੈ। ਜੋ ਤਿਸ ਭਾਵੈ ਸੋਈ ਕਰਸੀ, ਜੋ ਤਿਸ ਅਕਾਲ ਪੁਰਖ ਨੂੰ ਭਾਉਂਦਾ ਹੈ ਉਹੀ ਕਰਦਾ ਹੈ। ਫਿਰ ਹੁਕਮ ਨਾ ਕਰਨਾ ਜਾਈ, ਉਸ ਅਕਾਲ ਪੁਰਖ ਦੇ ਅੱਗੇ ਫੇਰ ਕੋਈ ਹੁਕਮ ਨਹੀਂ ਕੀਤਾ ਜਾਂਦਾ, ਭਾਵ ਉਹਦੇ ਹੁਕਮ ਨੂੰ ਮੋੜਨ ਵਾਸਤੇ
ਕਿਸੇ ਦੇ ਪਾਸੋਂ ਉਹਦੇ ਅੱਗੇ ਹੁਕਮ ਨਹੀਂ ਕੀਤਾ ਜਾਂਦਾ ਹੈ। ਸੋ ਪਾਤਸ਼ਾਹੋ ਸਾਹ ਪਤ ਸਾਹਿਬ। ਉਹ ਅਕਾਲ ਪੁਰਖ ਵਾਹਿਗੁਰੂ ਤੇ ਪਾਤਸ਼ਾਹ ਦਾ ਵੀ, ਸ਼ਾਹੂਕਾਰਾਂ ਦਾ ਵੀ, ਤੇ ਜਿਹੜੇ ਪਾਤਸ਼ਾਹ ਹਨ ਉਹਨਾਂ ਦਾ ਵੀ ਪਤ ਸਾਹਿਬ ਮਾਲਕ ਹੈ। ਨਾਨਕ ਰਹਿਣ ਰਜਾਈ। ਤੇ ਆ ਜਿਹੜੇ ਪਾਤਸ਼ਾਹ ਨੇ ਜਾਂ ਸ਼ਾਹੂਕਾਰ ਨੇ ਜਾਂ ਚੱਕਰਵਰਤੀ ਮਾਲਕ ਨੇ ਸਾਹਿਬ, ਤੇ ਉਹਦੀ ਆਗਿਆ ਦੇ ਵਿੱਚ ਸਾਰੇ ਰਹਿੰਦੇ ਹਨ। ਦੋਹਰਾ ਜਨ ਮੂਰਤ ਅਨਰਾਗ। ਜਨ ਮੂਰਤ ਅਨਰਾਗ ਹੋਵੈ। ਤੇ ਇਸ ਪ੍ਰਕਾਰ ਮਾਨੋ ਪ੍ਰੇਮ ਦਾ ਸਰੂਪ ਹੋ ਕਰਕੇ ਗਾਵਤ ਆਸਾ ਰਾਗ। ਆਸਾ ਰਾਗ ਦੇ ਵਿੱਚ ਆਪ ਜੀ ਸ਼ਬਦ ਗਾਉਂਦੇ ਹਨ। ਸੋਦਰ ਸ਼ਬਦ ਉਚਾਰ ਕੇ। ਇਹ ਸੋਦਰ ਦਾ ਸ਼ਬਦ ਉਚਾਰਨ ਕਰਕੇ ਬੰਦਤ ਹੁਵੈ ਅਸ਼ਟਾਂਗ। ਡੰਡੌਤ ਕੀਤੀ ਹੈ ਅਕਾਲ ਪੁਰਖ ਦੇ ਚਰਨਾਂ ਤੇ 8 ਅੰਗਾਂ ਕਰਕੇ ਸਤਿਗੁਰਾਂ ਨੇ ਨਮਸਕਾਰ ਕੀਤੀ ਹੈ। ਸੋਰਠਾ ਅਖੰਡ ਮੰਡਲਕਾਰ ਦੀਪਕ। ਅਖੰਡ ਮੰਡਲਕਾਰ ਦੇਪਤ ਤੇਜ ਸਤ ਕੋਟ ਰਬ। ਤੇ ਗੋਲਾਕਾਰ ਜਿਹੜਾ ਇੱਕ ਰਸ ਤੇ ਪ੍ਰਕਾਸ਼ ਹੈ ਜਿਸ ਦਾ ਮਹਾਨ ਸਤ ਕੋਟ ਰਬ। ਭਾਵ ਕਰੋੜਾਂ ਸੂਰਜਾਂ ਵਰਗਾ, ਭਾਵ ਇਨਾ ਉਹਦਾ ਜਿਹੜਾ ਪ੍ਰਕਾਸ਼ ਜਿਹੜਾ ਹੈ, ਤੇਜ ਪ੍ਰਤਾਪ ਹੈ। ਅਨਕ ਪਤੜ ਚਮਕਾਰ ਕੈਸੇ ਹੋਤ ਸਮਾਨਤ ਹੈ। ਅਨਕ ਤੜਤ ਚਮਕਾਰ ਕੈਸੇ ਹੋਤ ਸਮਾਨ ਤੇ। ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਬਿਜਲੀਆਂ ਪ੍ਰਕਾਸ਼ ਦੀਆਂ ਨੇ, ਤੇ ਉਸ ਦੇ ਸਦਰਸ਼ ਕਿਵੇਂ ਹੋ ਸਕਦੀਆਂ ਹਨ। ਸੋ ਪਈ ਮਹਿਮਾ ਸ੍ਰੀ ਅਕਾਲ ਸੁਨ ਕਾਨੇ। ਸੁਭਾਏ ਮਾਨ ਅਕਾਲ ਪੁਰਖ ਨੇ ਆਪਣੇ ਕੰਨਾਂ ਵਿੱਚ ਨਾਮ ਦੀ ਵਡਿਆਈ ਸੁਣ ਕਰਕੇ ਪ੍ਰਸੀਦ ਮੰਦ ਮੁਸਕਾਨੇ। ਤੇ ਮਹਾਨ ਪ੍ਰਸੰਨ ਹੋਏ ਨੇ, ਤੇ ਮੁਖ ਤੋਂ ਹੌਲੀ ਥੋੜਾ ਜਿਹਾ ਮੁਸਕਰਾਏ ਹਨ, ਹੱਸੇ ਹਨ। ਸ੍ਰੀ ਮੁਖ ਤੇ ਪੁਨ ਗਿਰੀ ਉਚਾਰੀ। ਸ੍ਰੀ ਮੁਖ ਤੇ ਪੁਨ ਗਿਰਾ ਉਚਾਰੀ। ਸੁਭਾਏ ਮਾਨ ਮੁਖ ਤੋਂ ਫੇਰ ਬਾਣੀ ਕਹੀ ਹੈ। ਅਬ ਤੁਮ ਜਾਵੋ ਜਗਤ ਮਝਾਰੀ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਅਕਾਲ ਪੁਰਖ ਸਾਹਿਬ ਜੀ ਕਹਿਣ ਲੱਗੇ, ਹੁਣ ਤੁਸੀਂ ਸੰਸਾਰ ਦੇ ਵਿੱਚ ਜਾਣਾ ਕਰੋ। ਇਹ ਕਾਰਨ ਨਿਜ ਧਰਿਓ ਸਰੀਰਾ। ਜਿਸ ਕਾਰਨ ਕਰਕੇ ਤੁਸੀਂ ਆਪਣਾ ਸਰੀਰ ਧਾਰਨ ਕੀਤਾ ਹੈ। ਕਰਹੁ ਕਾਜ ਪੰਜੋ ਭਵ ਪੀਰਾ। ਤੇ ਉਹ ਜਿਹੜਾ ਕੰਮ ਹੈ ਕਰੋ, ਤੇ ਸੰਸਾਰ ਦੀ ਪੀੜਾ ਨੂੰ ਨਾਸ ਕਰੋ। ਸਿੱਖੀ ਰੀਤ ਪ੍ਰਕਾਸ਼ ਹੈ ਤਬਹੀ। ਤੇ ਸਿੱਖੀ ਦੀ ਮਰਜ਼ਾਦਾ ਜਦੋਂ ਪ੍ਰਗਟ ਹੋ ਜਾਵੇਗੀ। ਆਵੋ ਨਿਕਟ ਹਮਾਰੇ ਤਬਹੀ। ਤੇ ਤਦੋਂ ਸਾਡੇ ਪਾਸ ਸੱਚਖੰਡ ਵਿਖੇ ਆਉਣਾ ਕਰਿਓ। ਕਰਤ ਕੁਕਰਮ ਸਰਬ ਨਿਰਵਾਰੋ। ਤੇ ਦੁਨੀਆ ਦੇ ਲੋਕ ਜਿਹੜੇ ਖੋਟੇ ਕਰਮ ਕਰਦੇ ਹਨ, ਉਹਨਾਂ ਸਾਰਿਆਂ ਨੂੰ ਖੋਟੇ ਕਰਮਾਂ ਵੱਲੋਂ ਰੋਕਣਾ ਕਰੋ, ਨਿਵਰਤ ਕਰੋ। ਦੰਭ ਅਨੇਕਨ ਦੂਰ ਵਿਧਾਰੋ। ਅਨੇਕਾਂ ਪ੍ਰਕਾਰ ਦੇ ਪਖੰਡਾਂ ਨੂੰ ਦੂਰ ਕਰੋ, ਨਾਸ ਕਰੋ। ਸਤਨਾਮ ਕੋ
ਕਰ ਉਪਦੇਸਾ ਸੱਚੇ ਅਕਾਲ ਪੁਰਖ ਦੇ ਨਾਮ ਦਾ ਉਪਦੇਸ਼ ਕਰਕੇ ਧਰਨੀ ਕੋ ਸਭ ਰਹੋ ਕਲੇਸਾ ਧਰਨੀ ਕੋ ਸਭ ਹਰੋ ਕਲੇਸ਼ਾਂ ਸ੍ਰਿਸ਼ਟੀ ਦੇ ਧਰਤੀ ਦੇ ਸਾਰੇ ਦੁੱਖਾਂ ਨੂੰ ਦੂਰ ਕਰੋ ਸੁਨ ਕਰ ਸ੍ਰੀ ਅਕਾਲ ਕੇ ਬਚਨਾ ਸੁਭਾਏ ਮਾਨ ਅਕਾਲ ਪੁਰਖ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕਰਕੇ ਬੰਦੇ ਚਰਨ ਬਿਨੈ ਕਰ ਰਚਨਾ ਤੇ ਬਹੁਤ ਬੇਨਤੀ ਦੀ ਰਚਨਾ ਕਰਕੇ ਤੇ ਆਪ ਜੀ ਨੇ ਅਕਾਲ ਪੁਰਖ ਦੇ ਚਰਨਾਂ ਤੇ ਮੱਥਾ ਟੇਕਿਆ ਨਮਸਕਾਰ ਕੀਤੀ ਹੈ ਹਟੇ ਜਗਤ ਕੀ ਦਿਸਗਤ ਦਾਈ ਮੁਕਤੀ ਦੇਣ ਵਾਲੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸੱਚਖੰਡ ਤੋਂ ਸੰਸਾਰ ਦੀ ਤਰਫ ਭਾਵ ਜਗਤ ਸੰਸਾਰ ਵੱਲ ਨੂੰ ਵਾਪਸ ਮੁੜੇ ਹਨ ਦੀਨਨ ਬੰਦ ਦਇਆਲ ਗੁਸਾਈ ਗਰੀਬਾਂ ਦੇ ਜਿਹੜੇ ਸੰਬੰਧੀ ਹਨ ਤੇ ਦਿਆਲਤਾ ਦਾ ਘਰ ਹਨ ਤੇ ਸਭ ਦੇ ਗੁਸਾਈ ਮਾਲਕ ਹਨ ਧਰਿਓ ਦੇਹ ਜਿਨ ਦੁਤ ਹੈ ਨਾ ਕਾਰਨ ਤੇ ਜਿਸ ਸਤਿਗੁਰਾਂ ਨੇ ਆ ਮਨੁੱਖਾ ਸਰੀਰ ਧਾਰਨ ਕੀਤਾ ਹੈ ਜਿਸ ਦਾ ਦੂਸਰਾ ਕੋਈ ਕਾਰਨ ਨਹੀਂ ਹੈ ਕੇਵਲ ਮਾਨਵ ਦੁਖਿਨ ਤਾਰਨ ਤੇ ਕੇਵਲ ਦੁਖੀ ਮਨੁੱਖਾਂ ਨੂੰ ਸੰਸਾਰ ਤੋਂ ਤਾਰਨ ਲਈ ਆਪ ਜੀ ਨੇ ਆਪ ਸਰੀਰ ਜਿਹੜਾ ਹੈ ਮਨੁੱਖਾ ਧਾਰਨ ਕੀਤਾ ਹੈ ਕੇਵਲ ਮਾਨਵ ਦੁਖਿਆਂ ਤਾਰਨ ਕੇਵਲ ਦੁਖੀ ਮਨੁੱਖਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਜੇ ਨਰ ਤਿਨ ਕੇ ਬਚਨਨ ਮਾਹੀ ਜਿਹੜੇ ਮਨੁੱਖ ਸਤਿਗੁਰਾਂ ਦੇ ਬਚਨਾਂ ਦੇ ਵਿੱਚ ਇਸ ਪ੍ਰਕਾਰ ਚਲਤ ਸਦਾ ਤਿਨ ਜਮ ਭੈ ਨਾਹੀ ਤੇ ਹਮੇਸ਼ਾ ਵਾਸਤੇ ਮਨ ਵਾਰੀ ਸਰੀਰ ਕਰਕੇ ਚੱਲਦੇ ਹਨ ਮਨ ਬਚ ਕਰਮ ਵਿਚਾਰ ਤਿੰਨ ਜਮ ਭੈ ਨਾਹੀ ਤਿੰਨਾਂ ਨੂੰ ਜਮਾਂ ਦਾ ਡਰ ਨਹੀਂ ਹੁੰਦਾ ਹੈ ਜੋ 52 ਪਦ ਪੰਕਜ ਬਾਰਾ ਜਿਉ 52 ਪਦ ਪੰਕਜ ਵਾਰਾ ਜਿਸ ਪ੍ਰਕਾਰ ਤੇ ਉਹ 52 ਜਿਹੜਾ ਸੀ ਤੇ ਉਹ ਪਦ ਪੰਕਜ ਵਾਰਾ ਤੇ ਚਰਨ ਕਬਲਾਂ ਵਾਲਾ ਇਸ ਪ੍ਰਕਾਰ ਜਗਤ ਬਿਥਾਰੀ ਸੁਰ ਸਰ ਧਾਰਾ ਤੇ ਉਸ ਨੇ ਸੰਸਾਰ ਦੇ ਵਿੱਚ ਜਿਹੜੀ ਗੰਗਾ ਸੀ ਉਹ ਫੈਲਾਈ ਸੀ ਜੋ ਸ੍ਰੀ ਨਾਨਕ ਉੱਤਮ ਬਾਣੀ ਇਸੇ ਪ੍ਰਕਾਰ ਸੁਭਾਏ ਮਾਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜੀ ਸ੍ਰੇਸ਼ਟ ਗੁਰਬਾਣੀ ਹੈ ਭਾਵ ਸਭ ਬਿਸਤਾਰੀ ਗੁਣਤ ਖਾਨੀ ਗੁਣਾਂ ਦੀ ਖਾਣੀ ਸਤਿਗੁਰਾਂ ਨੇ ਸੰਸਾਰ ਦੇ ਵਿੱਚ ਫੈਲਾਈ ਹੈ ਤਹ ਮਹਿ ਤੂਲ ਸਰੀਰ ਜੋ ਮਜ ਹੈ ਤੇਹ ਮੈਂ ਸਥੂਲ ਸਰੀਰ ਜੋ ਮੱਝਾਂ ਤੇ ਤਿਸ ਦੇ ਵਿੱਚ ਜਿਹੜੇ ਸਥੂਲ ਸਰੀਰ ਦਾ ਇਸ਼ਨਾਨ ਕਰਦੇ ਹਨ ਪਾਪ ਕਮਾਤੇ ਸਭ ਹੀ ਭਜੈ ਉਹਨਾਂ ਦੇ ਸਾਰੇ ਕਮਾਏ ਹੋਏ ਪਾਪ ਤੇ ਨਾਸ ਹੋ ਜਾਂਦੇ ਹਨ ਭੱਜ ਜਾਂਦੇ ਹਨ ਇਸ ਮਹਿ ਸੂਖਮ ਮਨ ਇਸ ਨਾਨਾ ਤੇ ਇਸ ਗੁਰਬਾਣੀ ਦੇ ਵਿੱਚ ਜਿਹੜਾ ਆਪਣੇ ਸੂਖਮ ਮਨ ਦਾ ਇਸ਼ਨਾਨ ਕਰਦਾ ਹੈ ਕਰ ਹੈ ਜੇ ਨਰ ਤਿੰਨ ਗਤ ਭਾਨਾ ਤੇ ਜਿਹੜੇ ਮਨੁੱਖ ਤੇ ਇਸ਼ਨਾਨ ਕਰਦੇ ਹਨ ਤੇ ਉਹਨਾਂ ਦੇ ਹੱਥ ਵਿੱਚ ਮੁਕਤੀ ਪ੍ਰਾਪਤ ਹੁੰਦੀ ਹੈ ਉਹ ਇੱਕ ਥਲ ਇਹ ਸਭ ਥਲ ਮਾਹੀ ਉਹ ਜਿਹੜੀ ਗੰਗਾ ਹੈ
ਉਹ ਤੇ ਇੱਕ ਥਾਂ ਤੇ ਹੈ ਤੇ ਇਹ ਸਤਿਗੁਰਾਂ ਦੀ ਗੁਰਬਾਣੀ ਸਾਰੇ ਥਾਵਾਂ ਦੇ ਵਿੱਚ ਹੈ। ਸਭ ਬਿਦ ਸੁਗਮ ਅਗਮ ਕਛ ਨਾਹੀ। ਸਭ ਬਿਦ ਸੋਖਮ, ਇਹ ਜਿਹੜਾ ਰਸਤਾ ਹੈ ਸਭ ਪ੍ਰਕਾਰ ਕਰਕੇ ਗੁਰਬਾਣੀ ਦਾ ਸੌਖਾ ਹੈ। ਗੁਰਬਾਣੀ ਸਭ ਪ੍ਰਕਾਰ ਕਰਕੇ ਸੌਖੀ ਹੈ। ਆਗਮ ਕਿਛ ਨਾਹੀ, ਇਹਦੇ ਵਿੱਚ ਕੋਈ ਕਠਨ ਗੱਲ ਕੁਝ ਵੀ ਨਹੀਂ ਹੈ। ਪੜਤ ਸੁਨਤ ਗਤ ਦੇਤ ਸੁਖਾਰੇ। ਤੇ ਜਿਹੜੇ ਗੁਰਸਿੱਖ ਪੜ੍ਹਦੇ ਨੇ ਸੁਣਦੇ ਹਨ ਤੇ ਉਹਨਾਂ ਨੂੰ ਸੁਖਾਲੇ ਮੁਕਤੀ ਦਿੰਦੀ ਹੈ। ਇਹ ਨਾ ਕਮਾਵਹਿ ਜਗ ਭਵ ਹਾਰੇ। ਤੇ ਜਿਹੜੇ ਸਤਿਗੁਰਾਂ ਦੇ ਉਪਦੇਸ਼ ਨੂੰ ਨਹੀਂ ਕਮਾਉਂਦੇ ਉਹ ਸੰਸਾਰ ਦੇ ਵਿੱਚ ਜਨਮ ਹਾਰ ਕਰਕੇ ਜਾਂਦੇ ਹਨ। ਦੋਹਰਾ ਸਤ ਸੰਗਤ ਸੁਭ ਘਾਟ ਤੇ। ਗੁਰੂ ਕੀ ਸਾਧ ਸੰਗਤ ਰੂਪੀ ਸ਼ੋਭ ਘਾਟ ਤੇ। ਨਿਤ ਕਰੋ ਇਸਨਾਨਾ। ਹੇ ਗੁਰਸਿੱਖੋ, ਸਦਾਵਣ ਮੰਨਣ ਨਿਧਿਆਸਨ ਰੂਪ ਨਿਤ ਇਸ਼ਨਾਨ ਕਰੋ। ਕਵ ਸੰਤੋਖ ਸਿੰਘ ਬੰਦ ਦਵੈ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਦੋਨੇ ਹੱਥ ਜੋੜ ਕਰਕੇ ਨਮੋ ਨਮੋ ਗੁਣ ਖਾਨ। ਤੇ ਗੁਣਾਂ ਦੀ ਖਾਣੀ ਅਕਾਲ ਪੁਰਖ ਸਾਹਿਬ ਜੀ ਨੂੰ, ਸਤਿਗੁਰਾਂ ਦੀ ਗੁਰਬਾਣੀ ਨੂੰ ਤੇ ਮੈਂ ਹੱਥ ਜੋੜ ਕੇ ਵਾਰ-ਵਾਰ ਨਮਸਕਾਰ ਕਰਦਾ ਹਾਂ। ਇਤ ਸ੍ਰੀ ਗੁਰੂ ਨਾਨਕ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰ ਬਾਰ ਦੇ। ਇਥੇ ਸੁਭਾਏ ਮਾਨ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਜਿਹੜਾ ਪਹਿਲਾ ਹਿੱਸਾ ਹੈ, ਸ੍ਰੀ ਅਕਾਲ ਪੁਰਖ। ਸ੍ਰੀ ਅਕਾਲ ਪੁਰਖ ਸਾਹਿਬ ਜੀ ਦਾ ਪਰਸੰਗ ਵਰਣਨੰ ਨਾਮ ਤ੍ਰਹਮੰ। 73ਵਾਂ ਅਧਿਆਏ, ਜਿਸ ਦੇ ਵਿੱਚ ਅਕਾਲ ਪੁਰਖ ਸਾਹਿਬ ਜੀ ਦੇ ਨਾਲ ਮਿਲਣ ਦਾ ਪ੍ਰਸੰਗ ਵਰਣਨ ਕੀਤਾ ਹੈ। ਇਹਦਾ 73ਵਾਂ ਅਧਿਆਇ ਦਾ ਨਾਮ ਹੈ। ਇੱਥੇ ਇਹ ਸੰਪੂਰਨ ਹੋਇਆ ਹੈ, ਪੂਰ ਬਾਰਦ ਸਮਾਪਤ ਹੋਇਆ ਹੈ। ਭਾਵ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਜਿਹੜਾ ਪਹਿਲਾ ਹਿੱਸਾ ਹੈ ਉਹ ਇੱਥੇ ਸਮਾਪਤ ਹੋਇਆ ਹੈ, ਪੂਰਾ ਹੋਇਆ ਹੈ। ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਨ। ਐਸੇ ਉਪਦੇਸ਼ ਸਾਡੇ ਵੀ ਸਾਰਿਆਂ ਦੇ ਤਨਾਂ ਮਨਾਂ ਵਿਖੇ ਵਸਾਉਣ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਵਾਂਗੇ ਜੀ। ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਸਤ ਸੰਗਤ ਸੁਭ ਘਾਟ ਤੇ ਨਿਤ ਕਰੋ ਇਸਨਾਨਾ। ਕਬ ਸੰਤੋਖ ਸਿੰਘ ਬੰਦ ਦਵੈ ਨਮੋ ਨਮੋ ਗੁਣ ਖਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ